गुड मॉर्निंग स्टूडेंट्स, आई होप यू ऑल आर डूइंग वैल। ਅੱਜ ਸਟੂਡੈਂਟਸ ਅਸੀਂ ਕਲਾਸੀਫਿਕੇਸ਼ਨ ਦੀ ਗੱਲ ਕਰਨੀ ਆ ਜੀਐਸਟੀ ਦੀ ਵੀ ਜੀਐਸਟੀ ਦੀਆਂ ਕਲਾਸੀਫਿਕੇਸ਼ਨਸ ਕੀ ਹੁੰਦੀਆਂ। ਸਭ ਤੋਂ ਪਹਿਲਾਂ ਦੇਖੋ ਅੰਡਰਸਟੈਂਡ ਕਰੋ ਕਿ ਜੀਐਸਟੀ ਦੀਆਂ ਤਿੰਨ ਫਾਰਮਸ ਨੇ, ਤਿੰਨ ਕਲਾਸੀਫਿਕੇਸ਼ਨਸ ਨੇ, ਸੀਜੀਐਸਟੀ, ਐਸਜੀਐਸਟੀ ਔਰ ਆਈਜੀਐਸਟੀ। ਸੀਜੀਐਸਟੀ ਦਾ ਮਤਲਬ ਹੁੰਦਾ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ, ਠੀਕ ਹੈ। ਐਸਜੀਐਸਟੀ ਦਾ ਮਤਲਬ ਹੁੰਦਾ ਸਟੇਟ ਗੁੱਡਸ ਐਂਡ ਸਰਵਿਸ ਟੈਕਸ। ਆਈਜੀਐਸਟੀ ਦਾ ਮਤਲਬ ਹੋਏਗਾ ਇੰਟੈਗਰੇਟਿਡ ਗੁੱਡਸ ਐਂਡ ਸਰਵਿਸ ਟੈਕਸ। ਜਦੋਂ ਵੀ ਅਸੀਂ ਚੀਜ਼ਾਂ ਨੂੰ ਜਦੋਂ ਵੀ ਅਸੀਂ ਟੈਕਸ ਨੂੰ ਕੈਲਕੂਲੇਟ ਕਰਨਾ ਹੈ, ਇਹ ਦੇਖਿਆ ਜਾਂਦਾ ਵੀ ਗੁੱਡਸ ਕਿਸ ਤਰੀਕੇ ਨਾਲ ਟਰਾਂਸਫਰ ਹੋਈ ਆ। ਜੇ ਤਾਂ ਗੁੱਡਸ ਸਾਡੇ ਇੱਕੋ ਹੀ ਸਟੇਟ ਦੇ ਵਿੱਚ ਆ, ਇੱਕੋ ਹੀ ਏਰੀਆ ਦੇ ਵਿੱਚ ਆ, ਵਿਦਇਨ ਸਟੇਟ ਆ, ਉਦੋਂ ਕੈਲਕੂਲੇਸ਼ਨ ਹੈ ਜਿਹੜੀ ਉਹ ਦੋ ਹੋਣਗੀਆਂ। ਪਹਿਲਾਂ ਹੋਏਗਾ ਸੈਂਟਰਲ ਗਵਰਨਮੈਂਟ ਨੂੰ ਪੇ ਕਰਾਂਗੇ ਜਿਹੜਾ ਅਸੀਂ ਸਪਲਾਈ ਕਰਨ 'ਤੇ ਗੁੱਡਸ 6%, 1% ਅਸੀਂ ਜਿਹੜੀ ਸਾਡੀ ਸਟੇਟ ਗਵਰਨਮੈਂਟ ਆ ਉਹਨੂੰ ਪੇ ਕਰਾਂਗੇ 6%, ਯਾਨੀ ਕਿ 6% ਇਹਦਾ 6% ਇਹਦਾ, ਟੋਟਲ ਜੀਐਸਟੀ ਹੋ ਜਾਏਗਾ 12%, ਠੀਕ ਹੈ। ਜਦੋਂ ਇੰਟਰ ਸਟੇਟ ਦੀ ਗੱਲ ਹੋ ਜਾਏਗੀ, ਇੰਟਰ ਸਟੇਟ ਦਾ ਮਤਲਬ ਹੁੰਦਾ ਇੰਟੈਗਰੇਟਿਡ, ਜਿਹਨੂੰ ਅਸੀਂ ਬੋਲਦੇ ਹਾਂ ਕਿ ਦੋ ਸਟੇਟਸ ਦੇ ਵਿੱਚ, ਆਊਟਸਾਈਡ ਦਾ ਸਟੇਟ, ਆਊਟਸਾਈਡ ਦਾ ਕੰਟਰੀ, ਠੀਕ ਹੈ। ਇਹ ਜਿਹੜੇ ਸਟੇਟ ਹੋਣਗੇ ਜਾਂ ਆਊਟਸਾਈਡ ਦਾ ਕੰਟਰੀ ਹੋਏਗੀ, ਇਹਦੀ ਕੈਲਕੂਲੇਸ਼ਨ 12% ਹੋਏਗੀ। ਇਟ ਮੀਨਸ ਕਿ ਮੰਨ ਲਓ ਕਿ ਅਸੀਂ ਦਿੱਲੀ ਤੋਂ ਪੰਜਾਬ ਜਾਂ ਪੰਜਾਬ ਤੋਂ ਦਿੱਲੀ ਸਮਾਨ ਟਰਾਂਸਫਰ ਕਰ ਰਹੇ ਹਾਂ, ਸੇਲ ਕਰ ਰਹੇ ਹਾਂ, ਤਾਂ ਉਦੋਂ ਕੈਲਕੂਲੇਸ਼ਨ ਫਿਰ 12% ਹੋ ਜਾਏਗੀ। ਇੱਕੋ ਹੀ ਕੈਲਕੂਲੇਸ਼ਨ ਹੋਏਗੀ ਉੱਥੇ 12%। ਤਿੰਨ ਨੇ, ਸੀਜੀਐਸਟੀ ਔਰ ਐਸਜੀਐਸਟੀ। ਬਾਕੀ ਦੇਖਦੇ ਹਾਂ ਡਿਟੇਲ ਦੇ ਵਿੱਚ। ਦੇਖੋ ਆਪਣੇ ਕੋਲੇ 3 ਟੈਕਸਿਸ ਨੇ। ਪਹਿਲਾ ਹੈਗਾ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ। ਇਹ ਚਾਰਜ ਹੋਏਗਾ ਇੰਟਰਾ ਸਟੇਟ। ਇੰਟਰਾ ਸਟੇਟ ਦਾ ਮਤਲਬ ਹੁੰਦਾ ਕਿ ਵਿਦਇਨ ਦਾ ਸਟੇਟ, ਠੀਕ ਹੈ। ਸਾਡੀ ਹੀ ਸਟੇਟ ਦੇ ਵਿੱਚ ਜਦੋਂ ਅਸੀਂ ਸਮਾਨ ਨੂੰ ਸਪਲਾਈ ਕਰਦੇ ਹਾਂ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੇਲ ਕਰਦੇ ਹਾਂ, ਉਹਨੂੰ ਅਸੀਂ ਵਿਦਇਨ ਦਾ ਸਟੇਟ ਬੋਲਦੇ ਹਾਂ, ਠੀਕ ਹੈ। ਔਰ ਇਹ ਸੇਮ ਰੇਟ ਦੇ ਨਾਲ ਲਗਾਇਆ ਜਾਂਦਾ। ਜੀਐਸਟੀ ਦੇ ਵਿੱਚ ਜਦੋਂ ਅਸੀਂ ਕੈਲਕੂਲੇਟ ਕਰਨੀ ਹੈ ਇੰਟਰਾ ਸਟੇਟ ਦੀ, ਉਦੋਂ ਦੋ ਟੈਕਸ ਲਾਏ ਜਾਂਦੇ, ਇੱਕ ਹੋ ਜਾਏਗਾ ਸੀਜੀਐਸਟੀ, ਇੱਕ ਹੋ ਜਾਏਗਾ ਐਸਜੀਐਸਟੀ। ਇਹ ਦੋਨੋਂ ਇਕੱਠੇ ਹੀ ਲਗਾਏ ਜਾਂਦੇ, ਇੱਕੋ ਟਾਈਮ 'ਤੇ ਦੋਨੋਂ ਟੈਕਸ ਚਾਰਜ ਕੀਤੇ ਜਾਂਦੇ ਆ 6% ਦੀ ਕੈਲਕੂਲੇਸ਼ਨ ਦੇ ਨਾਲ। ਪਰ ਟੋਟਲ ਜੀਐਸਟੀ ਸਾਡੇ ਕੋਲ ਹੋ ਜਾਏਗਾ 12%। ਪਹਿਲਾਂ ਸੀਜੀਐਸਟੀ ਲਗਾਇਆ ਜਾਊਗਾ, ਫਿਰ ਐਸਜੀਐਸਟੀ ਦੀ ਜਿਹੜਾ ਕੈਲਕੂਲੇਸ਼ਨ ਹੈ ਕੀਤੀ ਜਾਊਗੀ ਬਿਲਕੁਲ ਸੇਮ ਰੇਟ 'ਤੇ, ਅਤੇ ਟੋਟਲ ਜੀਐਸਟੀ 12% ਜਿਹੜਾ ਅਸੀਂ ਦੇਣਾ ਹੋਏਗਾ। 6% ਅਸੀਂ ਸੈਂਟਰਲ ਗਵਰਨਮੈਂਟ ਦਾ ਚਾਰਜ ਕਰਾਂਗੇ ਅਤੇ 6% ਅਸੀਂ ਸਟੇਟ ਗਵਰਨਮੈਂਟ ਦਾ ਚਾਰਜ ਕਰਾਂਗੇ। ਅਲੱਗ-ਅਲੱਗ ਚਾਰਜ ਹੋਣਗੇ ਇਹ। ਔਰ ਇਹ 6% ਆ ਜਿਹੜੇ ਇਹ ਇਕੱਠੇ ਹੀ ਲੱਗਣ, 6% ਦੇ ਨਾਲ ਦੋਨੋਂ ਵੈਲਿਊਜ਼ ਆ ਜਿਹੜੀਆਂ ਉਹ ਕੈਲਕੂਲੇਟ ਕੀਤੀਆਂ ਜਾਣਗੀਆਂ ਜਦੋਂ ਕੋਈ ਵੀ ਸਮਾਨ ਆ ਜਿਹੜਾ ਉਹ ਸੇਲ ਕੀਤਾ ਜਾਏਗਾ। ਨੈਕਸਟ ਹੈ ਸਾਡੇ ਕੋਲੇ ਸਟੇਟ ਯੂਨੀਅਨ ਟੈਰੀਟਰੀ ਗੁੱਡਸ ਐਂਡ ਸਰਵਿਸ ਟੈਕਸ, ਜਿਹਨੂੰ ਅਸੀਂ ਐਸਜੀਐਸਟੀ ਬੋਲਦੇ ਹਾਂ, ਠੀਕ ਹੈ। ਇਹ ਵੀ ਵਿਦਇਨ ਦਾ ਸਟੇਟ ਹੋਏਗਾ। ਇਹ ਵੀ ਕੈਲਕੂਲੇਸ਼ਨ ਇੰਟਰਾ ਸਟੇਟ ਦੀ ਗੱਲ ਕੀਤੀ ਜਾਏਗੀ ਵੀ ਇੰਟਰਾ ਸਟੇਟ ਗੁੱਡਸ ਐਂਡ ਸਰਵਿਸ ਟੈਕਸ ਆ ਜਿਹੜੇ ਉਹ ਲਗਾਏ ਜਾ ਰਹੇ ਆ। ਸੇਮ ਐਜ਼ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਸੀਜੀਐਸਟੀ ਦੀ ਕੈਲਕੂਲੇਸ਼ਨ ਕੀਤੀ ਹੈ, ਉਸੇ ਤਰੀਕੇ ਨਾਲ ਐਸਜੀਐਸਟੀ ਦੀ ਕੈਲਕੂਲੇਸ਼ਨ ਹੋਏਗੀ। 6% ਸੀਜੀਐਸਟੀ ਔਰ 6% ਐਸਜੀਐਸਟੀ ਜਿਹੜਾ ਉਹ ਦਿੱਤਾ ਜਾਏਗਾ। ਜਦੋਂ ਅਸੀਂ ਕੈਲਕੂਲੇਸ਼ਨ ਕਰਨੀ ਉਦੋਂ 6% ਸੀਜੀਐਸਟੀ ਔਰ 6% ਐਸਜੀਐਸਟੀ ਜਿਹੜਾ ਉਹ ਸਟੇਟ ਗਵਰਨਮੈਂਟ ਨੂੰ ਪੇ ਕੀਤਾ ਜਾਏਗਾ। ਟੋਟਲ ਟੈਕਸ ਜਿਹੜਾ ਸਾਡਾ ਜੀਐਸਟੀ ਦਾ ਕਿਸੇ ਵੀ ਸਿੰਪਲ ਗੁੱਡ ਦੇ ਵਿੱਚ 12% ਹੁੰਦਾ, ਜਿਹਦੇ ਵਿੱਚ 6% ਆ ਜਿਹੜਾ ਉਹ ਐਸਜੀਐਸਟੀ ਦਾ ਜਿਹੜਾ ਉਹ ਅਸੀਂ ਚਾਰਜ ਕਰਦੇ ਹਾਂ। ਪਿਛਲੇ ਦੇ ਵਿੱਚ ਦੇਖਿਆ ਸੀਗਾ ਕਿ 6% ਅਸੀਂ ਸੀਜੀਐਸਟੀ ਦਾ ਚਾਰਜ ਕਰਦੇ ਹਾਂ, ਹੁਣ ਇਹਦੇ ਵਿੱਚ 6% ਆ ਜਿਹੜਾ ਉਹ ਅਸੀਂ ਐਸਜੀਐਸਟੀ ਦਾ ਚਾਰਜ ਕਰਦੇ ਹਾਂ। ਇਹ ਦੋਨੋਂ ਟੈਕਸ ਸੀਜੀਐਸਟੀ ਔਰ ਐਸਜੀਐਸਟੀ ਦੋਨੋਂ ਇਕੱਠੇ ਹੀ ਪੇ ਕੀਤੇ ਜਾਂਦੇ ਆ ਇੱਕੋ ਟਾਈਮ 'ਤੇ। ਦੂਸਰੀ ਹੁਣ ਥਰਡ ਪੁਆਇੰਟ ਹੋ ਜਾਏਗਾ ਇੰਟੈਗਰੇਟਿਡ। ਇੰਟੈਗਰੇਟਿਡ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਇੰਟਰ ਸਟੇਟ। ਇੰਟਰ ਸਟੇਟ ਮਤਲਬ ਹੁੰਦਾ ਕਿ ਦੋ ਸਟੇਟਾਂ ਦੇ ਵਿੱਚ ਆਪਸ ਦੇ ਵਿੱਚ ਡੀਲਿੰਗ ਹੋਈ ਆ, ਲੈਣ ਦੇਣ ਕੀਤਾ ਗਿਆ ਹੈ ਸਮਾਨ ਦਾ, ਠੀਕ ਹੈ। ਵੀ ਇੱਕ ਜਾਣੇ ਨੇ ਇੱਕ ਸਟੇਟ ਤੋਂ ਸਮਾਨ ਨੂੰ ਸੇਲ ਕੀਤਾ, ਦੂਜੀ ਸਟੇਟ ਨੇ ਉਹ ਸਮਾਨ ਨੂੰ ਖਰੀਦਿਆ, ਤਾਂ ਜਦੋਂ ਇਹ ਲੈਣ ਦੇਣ ਕੀਤਾ ਜਾਂਦਾ, ਸੇਲ ਪਰਚੇਜ਼ ਕੀਤੀ ਜਾਂਦੀ ਆ, ਤਾਂ ਉਦੋਂ ਜੀਐਸਟੀ ਹੈ ਜਿਹੜਾ ਉਹ ਫਿਰ 12% ਲਾਇਆ ਜਾਂਦਾ ਚੀਜ਼ਾਂ 'ਤੇ। ਜਦੋਂ ਚੀਜ਼ਾਂ ਦਾ ਰੇਟ ਲਗਾਇਆ ਜਾਂਦਾ ਤਾਂ ਉਹਦੇ ਵਿੱਚ 12% ਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਜੀਐਸਟੀ ਦੀ ਸ਼ਾਮਿਲ ਹੁੰਦੀ ਹੈ। ਆਊਟਸਾਈਡ ਦਾ ਸਟੇਟ ਕੰਟਰੀ ਕਹਿ ਸਕਦੇ ਹਾਂ, ਠੀਕ ਹੈ। ਆਊਟਸਾਈਡ ਦਾ ਏਰੀਆ ਕਹਿ ਸਕਦੇ ਹਾਂ ਜਿਹੜਾ ਆਪਣਾ ਵੀ ਇੰਟਰ ਸਟੇਟ ਹੋਏਗਾ। ਲਾਈਕ ਜਿਵੇਂ ਆਪਾਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਪੰਜਾਬ ਔਰ ਦਿੱਲੀ, ਕਿ ਜਦੋਂ ਪੰਜਾਬ ਅਤੇ ਦਿੱਲੀ ਦੇ ਵਿੱਚੋਂ ਸਮਾਨ ਦੀ ਅਦਲਾ ਬਦਲੀ ਹੋਏਗੀ ਤਾਂ ਟੈਕਸ ਦੀ ਕੈਲਕੂਲੇਸ਼ਨ ਫਿਰ ਪਰਸੈਂਟੇਜ 12% ਹੋ ਜਾਏਗੀ। ਰੇਟ ਆ ਫਿਰ ਹੁਣ 12% ਹੋ ਜਾਏਗਾ, ਜੋ ਕਿ ਅਸੀਂ ਇੱਕ ਵਾਰੀ ਪੇ ਕਰਨਾ। ਇਹਦੇ ਵਿੱਚ ਹੁਣ ਸੀਜੀਐਸਟੀ ਔਰ ਐਸਜੀਐਸਟੀ ਨਹੀਂ ਅਸੀਂ ਲਗਾਵਾਂਗੇ। ਇੰਟਰ ਸਟੇਟ ਦੇ ਕੇਸ ਦੇ ਵਿੱਚ ਅਸੀਂ ਆਈਜੀਐਸਟੀ ਲਗਾਵਾਂਗੇ। ਇਹ ਦੇਖਣਾ ਪਏਗਾ ਸਾਨੂੰ, ਨੇਮ ਦਿੱਤੇ ਹੋਣਗੇ ਵੀ ਪੰਜਾਬ ਦੇ ਵਿੱਚੋਂ ਸਮਾਨ ਸੇਲ ਹੋ ਕੇ ਚੰਡੀਗੜ੍ਹ ਗਿਆ ਹੈ ਜਾਂ ਦਿੱਲੀ ਗਿਆ ਹੈ ਜਾਂ ਗੁਜਰਾਤ ਗਿਆ ਹੈ, ਠੀਕ ਹੈ। ਇਹ ਚੀਜ਼ਾਂ ਸਾਨੂੰ ਦੱਸੀਆਂ ਹੋਣਗੀਆਂ ਅਤੇ ਅਸੀਂ ਉਸ ਤੋਂ ਹੀ ਕੈਲਕੂਲੇਸ਼ਨ ਦਾ ਅੰਦਾਜ਼ਾ ਲਗਾਉਣਾ ਹੋਏਗਾ। ਅੱਗੇ ਹੈ
ਕੁਛ ਜਿਹੜੇ ਜ਼ਰੂਰੀ ਕੈਲਕੂਲੇਸ਼ਨਸ ਨੇ। ਪਹਿਲਾ ਹੋਏਗਾ ਕਿ ਜਿਹੜੀਆਂ ਫੂਡ ਆਈਟਮਸ ਆ ਉਹਨਾਂ ਦੀ ਪਰਸੈਂਟੇਜ 0% ਹੋਏਗੀ, ਉਹਨਾਂ 'ਤੇ ਕੋਈ ਟੈਕਸ ਨਹੀਂ ਹੈ। ਜਿਹੜੀਆਂ ਕਾਮਨ ਯੂਜ਼ ਦੀਆਂ ਆਈਟਮਸ ਆ ਉਹ 'ਤੇ 5% ਟੈਕਸ ਲਗਾਇਆ ਜਾਂਦਾ GST ਦਾ, ਠੀਕ ਹੈ। ਸਟੈਂਡਰਡ ਰੇਟ ਆ ਜਿਹੜਾ ਸਾਡੇ ਕੋਲ ਇੱਕ ਮੇਨ ਰੇਟ ਰੱਖਿਆ ਹੋਇਆ ਜਿਹੜਾ ਉਹ ਹੈ 12%। ਅਗਰ ਕੋਈ ਚੇਂਜਸ ਹੋ ਰਹੇ ਆ ਤਾਂ ਉਹਨਾਂ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਏਗਾ। ਅੱਗੇ ਹੈ ਮਿਨੀਮਮ ਗੁੱਡਸ ਐਂਡ ਆਲ ਸਰਵਿਸ ਸਟੈਂਡਰਡ ਰੇਟ। ਜਿਹੜੇ ਮਿਨੀਮਮ ਛੋਟੀਆਂ ਮੋਟੀਆਂ ਗੁੱਡਸ ਨੇ, ਠੀਕ ਹੈ, ਜਾਂ ਜਿੰਨੇ ਵੀ ਸਾਡੇ ਸਟੈਂਡਰਡ ਰੇਟਸ ਨੇ ਉਹ ਕਿੰਨੇ ਆ 18%। ਲਗਜ਼ਰੀ ਆਈਟਮ ਜਿਹੜੀਆਂ ਐਸ਼ੋ ਆਰਾਮ ਦੀ ਆਈਟਮਸ ਨੇ ਜਾਂ ਜਿਹੜਾ ਜਿਹਨੂੰ ਅਸੀਂ ਤੰਬਾਕੂ ਕਹਿ ਦਿੰਦੇ ਹਾਂ ਉਹਦੀ ਪਰਸੈਂਟੇਜ ਹੋਏਗੀ 28%, ਠੀਕ ਹੈ। ਹੁਣ ਇਸ ਤੋਂ ਬਾਅਦ ਇਹ ਤਾਂ ਸਾਡੇ ਸੀਗੇ ਜਿਹੜੇ ਕੁਝ ਜ਼ਰੂਰੀ ਵੈਲਿਊਜ਼ ਆ ਜਿਨ੍ਹਾਂ 'ਤੇ ਟੈਕਸ ਦੀ ਕੈਲਕੂਲੇਸ਼ਨ ਇੰਡੀਅਨ ਗਵਰਨਮੈਂਟ ਨੇ ਸਾਨੂੰ ਫਿਕਸ ਰੇਟ ਦੇ ਵਿੱਚ ਦੱਸੀ ਹੋਈ ਹੈ ਵੀ ਇੰਨੀ ਕੈਲਕੂਲੇਸ਼ਨ ਅਸੀਂ ਕਰਨੀ ਹੈ ਜਦੋਂ ਵੀ ਸਮਾਨ ਦੇ ਵਿੱਚ GST ਦੀ ਕੈਲਕੂਲੇਸ਼ਨ ਕਰਨੀ ਹੈ। ਹੁਣ ਸਾਡੇ ਕੋਲ ਕੁਝ ਕੈਟਾਗਰੀਜ਼ ਨੇ। GST ਆ ਉਹ ਵੀ ਉਸ ਤੋਂ ਅੱਗੇ ਵੀ ਕੁਛ ਉਹਦੇ ਪਾਰਟਸ ਨੇ। ਜਿਵੇਂ GST ਦੇ ਵਿੱਚ ਦੋ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ, ਇੱਕ ਤਾਂ ਹੁੰਦਾ ਇਨਪੁਟ, ਇੱਕ ਹੁੰਦਾ ਆਊਟਪੁੱਟ। ਇਨਪੁਟ ਦਾ ਮਤਲਬ ਹੁੰਦਾ ਕਿ ਸਮਾਨ ਹਜੇ ਬਣਿਆ ਨਹੀਂ, ਅਧੂਰਾ ਏ, ਠੀਕ ਹੈ। ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਵੀ ਜਦੋਂ ਕੱਪੜੇ ਬਣਾਏ ਜਾਂਦੇ ਆ ਤਾਂ ਉਹਦੇ ਲਈ ਜਿਹੜੀ ਕਾਟਨ ਆ, ਠੀਕ ਹੈ, ਇਕੱਲੀ ਕਾਟਨ ਆ ਜਿਹੜੀ ਉਹ ਮੈਨੂਫੈਕਚਰ ਖਰੀਦਦਾ, ਠੀਕ ਹੈ। ਮੈਨੂਫੈਕਚਰਰ ਜਿਹੜਾ ਉਹ ਕਿਸੇ ਫਾਰਮਰ ਤੋਂ, ਕਿਸਾਨਾਂ ਤੋਂ, ਠੀਕ ਹੈ, ਇਹ ਕਾਫੀ ਮਾਤਰਾ ਦੇ ਵਿੱਚ ਕਾਫੀ ਵੱਡੇ ਸਟਾਕ ਦੇ ਵਿੱਚ ਜਿਹੜੀ ਇੱਕ ਜਿਹਨੂੰ ਅਸੀਂ ਰੂਮ ਬੋਲਦੇ ਹਾਂ ਕਾਟਨ ਆ, ਠੀਕ ਹੈ, ਉਹਨੂੰ ਖਰੀਦਦਾ। ਹੁਣ ਉਹ ਰੂਮ ਦੇ ਵਿੱਚੋਂ ਜਿਹੜਾ ਉਹ ਇੱਕ ਰੂਮ ਦਾ ਜਿਹੜਾ ਪੂਰਾ ਮਟੀਰੀਅਲ ਹੋਊਗਾ ਉਹ ਕੀ ਹੋਊਗਾ ਇਨਪੁਟ, ਠੀਕ ਹੈ। ਇਨਪੁਟ ਆ ਉਹ ਹਜੇ ਬਣੀ ਨਹੀਂ, ਸਿਰਫ ਉਹ ਇੱਕ ਰੂਪ ਆ ਇਹ, ਠੀਕ ਹੈ, ਸਮਾਨ ਦਾ ਕੱਚਾ ਮਾਲ ਆ ਤਾਂ ਉਹ ਇਨਪੁਟ ਆ। ਹੁਣ ਜਦੋਂ ਉਹ ਇਨਪੁਟ ਖਰੀਦੂਗਾ ਤਾਂ ਉਹਨੇ ਦੋ ਟੈਕਸ ਦੇਣੇ ਹੋਣਗੇ CGST ਔਰ SGST। 6% ਦਾ ਉਹ CGST ਦਾ ਟੈਕਸ ਦਊਗਾ ਅਤੇ 6% SGST ਦਾ। ਔਰ ਇਨਪੁਟ ਟੈਕਸ ਆ ਜਿਹੜਾ ਹਮੇਸ਼ਾ ਸਮਾਨ ਨੂੰ ਪਰਚੇਜ਼ ਕਰਨ 'ਤੇ ਦਿੱਤਾ ਜਾਂਦਾ, ਸੇਲ ਕਰਨ 'ਤੇ ਕਦੀ ਵੀ ਇਨਪੁਟ ਟੈਕਸ ਨਹੀਂ ਦਿੱਤਾ ਜਾਂਦਾ। ਕਿਸੇ ਵੀ ਕੇਸ ਦੇ ਵਿੱਚ ਇਨਪੁਟ ਟੈਕਸ ਹੈ ਜਿਹੜਾ ਉਹ ਸੇਲ ਦੇ ਟਾਈਮ ਨਹੀਂ ਦਿੱਤਾ ਜਾਂਦਾ, ਪਰਚੇਜ਼ ਦੇ ਟਾਈਮ ਹੀ ਇਨਪੁਟ ਟੈਕਸ ਜਿਹੜਾ ਲਗਾਇਆ ਜਾਂਦਾ। ਫਿਰ ਉੱਥੇ ਕੈਲਕੂਲੇਸ਼ਨ ਆ ਜੂਗੀ ਇਨਪੁਟ, ਠੀਕ ਹੈ। CGST ਦੇ ਅੱਗੇ ਜਿਹੜੀ ਕੈਲਕੂਲੇਸ਼ਨ ਆ ਜਾਏਗੀ ਉਹ ਆ ਜਾਏਗੀ ਇਨਪੁਟ CGST, ਇਨਪੁਟ SGST, ਠੀਕ ਹੈ। ਇਹ ਵੀ ਡਿਪੈਂਡ ਹੋ ਜਾਏਗਾ ਵੀ ਜੇ ਤਾਂ ਵੈਲਿਊਜ਼ ਇੰਟਰਾ ਸਟੇਟ ਆ ਤਾਂ ਫਿਰ GST 2 CGST ਔਰ SGST ਲੱਗਣਗੇ। ਜੇ ਆਊਟਸਾਈਡ ਦਾ ਸਟੇਟ ਆ, ਠੀਕ ਹੈ, ਫਿਰ ਇਹਦੇ ਵਿੱਚ IGST ਲੱਗੂਗਾ 12%। ਦੂਸਰੀ ਤਰਫ ਹੁਣ ਆ ਜਾਏਗੀ ਆਊਟਪੁੱਟ ਦਾ ਮਤਲਬ ਹੁੰਦਾ ਕਿ ਕੱਚੇ ਸਮਾਨ ਨੂੰ, ਰਾ ਮਟੀਰੀਅਲ ਨੂੰ ਵਰਤ ਕੇ ਕੋਈ ਨਾ ਕੋਈ ਸਮਾਨ ਬਣਾਉਣਾ। ਉਹ ਇਸ ਤਰੀਕੇ ਦਾ ਸਮਾਨ ਹੋਵੇ ਕਿ ਜਿਹੜਾ ਪੂਰੀ ਤਰ੍ਹਾਂ ਤਿਆਰ ਹੋਵੇ, ਸਿਰਫ ਮਾਰਕੀਟ ਦੇ ਵਿੱਚ ਉਹਨੂੰ ਸੇਲ ਕਰਨਾ ਬਾਕੀ ਰਹਿ ਗਿਆ ਹੋਵੇ। ਹੁਣ ਇਹਦੇ ਵਿੱਚ ਐਗਜ਼ਾਮਪਲ ਨੂੰ ਹੀ ਕੰਟੀਨਿਊ ਕਰੂੰਗੀ, ਜਿਵੇਂ ਕਾਟਨ ਦੀ ਐਗਜ਼ਾਮਪਲ ਲਈ ਆ। ਹੁਣ ਜਿਵੇਂ ਕਾਟਨ ਖਰੀਦਿਆ ਉਹ ਇਨਪੁਟ ਸੀ, ਪਰ ਜਦੋਂ ਫੈਕਟਰੀ ਨੇ ਉਹਦੇ ਵਿੱਚ ਪ੍ਰੋਸੈਸ ਲਗਾਇਆ, ਮਸ਼ੀਨਾਂ ਦੇ ਵਿੱਚ ਦੀ ਉਸ ਕਾਟਨ ਨੂੰ ਨੰਗਾਇਆ, ਪਹਿਲਾਂ ਉਹ ਤੋਂ ਥਰੈਡ ਬਣਾਇਆ, ਫਿਰ ਥਰੈਡ ਨੂੰ ਕਲਰ ਦੇ ਕੇ, ਠੀਕ ਹੈ, ਉਹਦੇ ਤੋਂ ਕੱਪੜਾ ਬਣਾਇਆ, ਡਿਜ਼ਾਈਨਰ ਡਰੈਸ ਬਣਾਈ, ਠੀਕ ਹੈ। ਹੁਣ ਜੋ ਡਰੈਸ ਬਣ ਗਈ ਹੈ, ਡਿਜ਼ਾਈਨਰ ਡਰੈਸ ਬਣ ਗਈ ਆ, ਪੈਕ ਹੋ ਗਈ ਆ, ਉਹ ਕੀ ਹੈ ਸਾਡੇ ਕੋਲ ਇੱਕ ਆਊਟਪੁੱਟ ਆ, ਠੀਕ ਹੈ। ਸੇਲ ਹੋਣ ਦੇ ਲਈ ਪੂਰੀ ਤਰ੍ਹਾਂ ਰੈਡੀ ਆ ਵੀ ਮਾਰਕੀਟ ਦੇ ਵਿੱਚ ਅਸੀਂ ਉਹਨੂੰ ਭੇਜ ਸਕਦੇ ਹਾਂ। ਤਾਂ ਜਦੋਂ ਉਹ ਮਾਰਕੀਟ ਦੇ ਵਿੱਚ ਭੇਜਣ ਦੇ ਲਈ ਤਿਆਰ ਹੋ ਜੂਗੀ, ਸੇਲ ਕਰਨ ਦੇ ਲਈ ਤਿਆਰ ਹੋ ਜੂਗੀ, ਉਦੋਂ ਅਸੀਂ ਟੈਕਸ ਜਿਹੜਾ ਕੈਲਕੂਲੇਟ ਕਰਨਾ ਹੈ ਉਹ ਆਊਟਪੁੱਟ ਦਾ, ਠੀਕ ਹੈ। ਵੈਸੇ ਅਸੀਂ ਸਿੰਪਲ ਵਰਡਸ ਦੇ ਵਿੱਚ ਦੇਖੀਏ ਤਾਂ ਆਊਟਪੁੱਟ ਦਾ ਮਤਲਬ ਹੁੰਦਾ ਕਿ ਉਤਪਾਦਨ, ਠੀਕ ਹੈ। ਤਾਂ ਓਬਵੀਅਸ ਹੈ ਕਿ ਉਤਪਾਦਨ ਉਸੇ ਚੀਜ਼ ਨੂੰ ਕਹਿੰਦੇ ਆ ਨਾ ਜਿਹੜੀ ਚੀਜ਼ ਬਿਲਕੁਲ ਪੂਰੀ ਤਰ੍ਹਾਂ ਬਣ ਕੇ ਤਿਆਰ ਆ, ਸਿਰਫ ਉਹਨੂੰ ਮਾਰਕੀਟ ਦੇ ਵਿੱਚ ਸੇਲ ਕਰਨਾ ਬਾਕੀ ਹੈ। ਤਾਂ ਇਹੀ ਸਾਡਾ ਆਊਟਪੁੱਟ ਦਾ ਜਿਹੜਾ ਇੱਕ ਟੈਕਸ ਹੈ ਜਿਹੜਾ ਅਸੀਂ ਸਮਾਨ ਨੂੰ ਸੇਲ ਕਰਨ 'ਤੇ ਲਗਾਵਾਂਗੇ। ਆਊਟਪੁੱਟ ਆ ਜਿਹੜਾ ਹਮੇਸ਼ਾ ਸੇਲ ਦੇ ਨਾਲ ਕੈਲਕੂਲੇਟ ਕੀਤਾ ਜਾਂਦਾ, ਠੀਕ ਹੈ। ਜਦੋਂ ਸੇਲ ਕੀਤੀ ਜਾਂਦੀ ਹੈ ਉਦੋਂ ਵੀ ਸੇਮ ਐਜ਼ ਜਦੋਂ ਇੱਕ ਵਿਦਿਨ ਦਾ ਸਟੇਟ ਹੁੰਦੀ ਹੈ ਸੇਲ, ਉਦੋਂ ਦੋ ਟੈਕਸ ਲਗਾਏ ਜਾਂਦੇ ਆ, CGST ਅਤੇ SGST। ਨਾਲ ਕੀ ਆ ਜਾਏਗਾ ਆਊਟਪੁੱਟ CGST, ਆਊਟਪੁੱਟ SGST, ਠੀਕ ਹੈ। 6%, ਟੋਟਲ 12%। ਜਦੋਂ ਆਊਟਸਾਈਡ ਹੋ ਜਾਏਗੀ, ਠੀਕ ਹੈ, ਸਟੇਟ ਤੋਂ ਬਾਹਰ ਦੀ ਗੱਲ ਹੋ ਜਾਏਗੀ, ਫਿਰ ਉਹ IGST ਜਿਹੜੀ ਕੈਲਕੂਲੇਸ਼ਨ ਆ ਜਾਏਗੀ। ਫਿਰ ਇਹਨਾਂ ਦੋਨਾਂ ਦਾ ਜਿਹੜਾ ਟੋਟਲ ਹੋਊਗਾ ਜਾਂ ਇਹਨਾਂ ਦੋਨਾਂ ਨੂੰ ਛੱਡ ਕੇ ਸਿਰਫ ਆਹ ਟੈਕਸ ਲਗਾਇਆ ਜਾਊਗਾ। ਫਿਰ ਇਹਨਾਂ ਦੋਨਾਂ ਦੀ ਕੈਲਕੂਲੇਸ਼ਨ ਨਹੀਂ, ਫਿਰ ਸਿੰਪਲ ਇਹਦੀ ਹੀ 12% ਕੈਲਕੂਲੇਸ਼ਨ ਹੋ ਜੂਗੀ, ਉਹ ਆ ਜਾਏਗਾ ਆਊਟਪੁੱਟ IGST, ਠੀਕ ਹੈ। ਇਹ ਸਾਰੀਆਂ ਵੈਲਿਊਜ਼ ਨੇ ਜਿਹੜੀਆਂ ਤੁਹਾਡੀਆਂ ਮੇਨ ਨੇ ਜਦੋਂ ਵੀ ਅਸੀਂ ਕੈਲਕੂਲੇਸ਼ਨਸ ਕਰਦੇ ਹਾਂ, ਠੀਕ ਹੈ, ਤਾਂ ਉਸ ਟਾਈਮ 'ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਪੇ ਕੀਤੀਆਂ ਜਾਂਦੀਆਂ ਨੇ। ਤੁਸੀਂ ਇਸ ਪੁਆਇੰਟਸ ਤੋਂ ਵੀ ਦੇਖ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਆ ਜਿਹੜੀਆਂ ਉਹ ਪੇ ਕੀਤੀਆਂ ਜਾਂਦੀਆਂ ਹੈ। ਜਿਵੇਂ GST ਪੇਡ ਕੀਤਾ ਜਾਂਦਾ ਜਦੋਂ, ਠੀਕ ਹੈ, ਇਨਪੁਟ 'ਤੇ, ਉਦੋਂ ਜਦੋਂ ਵੀ ਸਮਾਨ ਅਸੀਂ ਇਨਵਰਡ ਸਪਲਾਈ ਲੈ ਕੇ ਆਉਂਦੇ ਜਾਣੀ ਕਿ ਖਰੀਦਦੇ ਹਾਂ, ਇੱਥੇ ਕਹਿਣ ਦਾ ਮੀਨਿੰਗ ਆ, ਤਾਂ ਉਦੋਂ ਲਗਾਇਆ ਜਾਂਦਾ, ਜਿਹਦੇ ਵਿੱਚ ਦੋ ਚੀਜ਼ਾਂ ਸ਼ਾਮਿਲ ਨੇ, ਠੀਕ ਹੈ। GST ਇਨਪੁਟ ਆ ਸਾਡੇ ਕੋਲ ਸਿੰਪਲ, ਠੀਕ ਹੈ, GST ਇਨਪੁਟ, ਉਹਦੇ ਵਿੱਚ
ਸਾਡੇ ਕੋਲੇ ਦੋ ਪਾर्ट ने, ठीक है। इनपुट GST ਦੇ ਵਿੱਚ ਪਹਿਲਾ ਹੈਗਾ इनपुट CGST A पार्ट, ठीक है। इनपुट CGST और इनपुट SGST, ठीक है। इंट्रा स्टेट सप्लाई और साढ़े कोले इंट्रा स्टेट सप्लाई, ठीक है। जिमें प्रिंटिंग स्टेशनरी, इस तो इलावा भी होर चीज़ां हो सकती है, ठीक है। हम इनपुट IGST थर्ड पॉइंट आ जो कि हो जाऊगा साढ़े कोले इंटर स्टेट दो स्टेटां दे विच, ठीक है। सैकेंड है साढ़े कोले GST दी कलैक्शन, जिहड़ा GST कलैक्ट किया जाता है। आ GST पे किया जाता है, पे करना यानी कि इनपुट ते GST देना पैंदा, कलैक्ट करना हुंदा इकट्ठा करना, ठीक है। ਇਹਦੇ ਵਿੱਚ ਅਸੀਂ GST ਜਿਹੜਾ ਉਹ खुद कलैक्ट करते हैं, यानी कि ਅਸੀਂ सेल करके ना समान ਨੂੰ उस समान तो ਜਿਹੜਾ पैसा मिलता ਉਹਦੇ ਵਿੱਚ GST ਪਹਿਲਾਂ ही शामिल कर ਦਿੰਦੇ हैं, तो वो GST ਸਾਨੂੰ कौन पे करता है, कस्टमर, ठीक है। और ये ਜਿਹੜਾ इंटर स्टेट ਤੇ ਲਗਾਇਆ ਜਾਂਦਾ आउटपुट CGST आउटपुट SGST, ठीक है। ਜਦੋਂ ਇੱਕੋ ਜਿਹੜੀਆਂ ਸਟੇਟਸ ਦੇ ਵਿੱਚ ਗੱਲ ਹੋ ਰਹੀ ਹੈ, ਇੰਟਰਾ ਸਟੇਟ ਹੋ ਰਹੀ ਹੈ, ਠੀਕ ਹੈ, ਉਦੋਂ आउटपुट CGST और SGST, जो आउटसाइड द स्टेट गल जाएगी उदों इंटर स्टेट हो जाएगी, ठीक है। तो आउटपुट IGST है जोड़ा वो दिता जाएगा। ये सीगे अज दे तुहाडे पॉइंट्स, उम्मीद है कि तुहानूं समझ आई होएगी। अगर कोई भी डाउट है, एक भी पॉइंट दे विच कन्फ्यूजन है, तो तुसीं नाल दी नाल क्लीयर करना है। थैंक यू, हैव अ नाइस डे।